ਉੱਗੇ ਕਹਾਣੀਕਾਰ ਸਾਡੇ ਵਿੱਚ ਸ਼ਾਮਲ ਨੇ। ਮੈਂ ਬਲਵਿੰਦਰ ਗਰੇਵਾਲ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਸ਼ਬਦਾਂ ਦੀ ਸਾਂਝ ਸਾਡੇ ਨਾਲ ਪਾਉਣਗੇ। ਦੋਸਤੋ, ਮੇਰੇ ਮਨ 'ਚ ਜਿਹੜਾ ਪਹਿਲਾ ਸ਼ਬਦ ਆਉਂਦਾ ਸੀ ਬੈਠੇ ਦੇ, ਉਹ ਇਹ ਸੀ ਕਿ ਵੀ ਇੱਥੇ ਭਾਸ਼ਾ ਜੀ ਵੀ ਇਕੱਠੇ ਹੋਏ ਹੋਏ ਨੇ ਅਤੇ ਗੱਲ ਮੈਂ ਉੱਥੋਂ ਹੀ ਸ਼ੁਰੂ ਕਰਨਾ ਹੈ। ਆਪਣੀ ਬਹੁਤ ਸੰਖੇਪ 'ਚ ਦੋ ਗੱਲਾਂ ਤੁਹਾਡੇ ਨਾਲ ਕਰਾਂਗਾ ਸਾਂਝੀਆਂ। ਜਿਹੜੀ ਗੱਲ ਸਰਦਾਰ ਹਮੀਰ ਸਿੰਘ ਹੋਣਾ ਨੇ ਇਸ਼ਾਰੇ ਦੇ ਰੂਪ 'ਚ ਕੀਤੀ ਹੈ ਕਿ ਬਈ ਇਹ ਪੰਜਾਬੀ ਡਿਪਾਰਟਮੈਂਟ ਦੇ ਵਿਦਿਆਰਥੀ, ਪੰਜਾਬੀ ਡਿਪਾਰਟਮੈਂਟ ਦੇ ਅਧਿਆਪਕ ਜਾਂ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਜਿਹੜੇ ਬੰਦੇ ਨੇ, ਇਹ ਕਿਉਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਪੈਂਦੇ ਨੇ। ਜੇ ਇਹ ਗੱਲ ਸਾਡੇ ਸਮਝ ਆ ਜਾਵੇ, ਜਿਹੜੀ ਉਹਨਾਂ ਦੇ ਆਈ ਹੋਈ ਹੈ ਪਹਿਲਾਂ ਹੀ, ਤਾਂ ਮਸਲਾ ਬੜਾ ਸਿੱਧਾ ਜਿਹਾ ਹੋ ਜਾਂਦਾ ਕਿ ਭਾਸ਼ਾ ਦਾ ਮਸਲਾ ਨਹੀਂ ਹੈ। ਅਸਲ 'ਚ ਮਸਲਾ ਇਹ ਹੈ ਕਿ ਜਿਹੜੇ ਇਹ ਬੰਦੇ ਜੁੜੇ ਹੋਏ ਨੇ ਪੰਜਾਬੀ ਨਾਲ, ਆਪਣੀ ਮਾਤ ਭਾਸ਼ਾ ਨਾਲ, ਇਹਨਾਂ ਨੇ ਸਾਡਾ ਇਤਿਹਾਸ, ਜਿਹਦੇ 'ਚ ਬੜਾ ਲੰਮਾ ਸਾਡੀ ਨਾਬਰੀ ਦਾ ਇਤਿਹਾਸ ਪਿਆ, ਜਿਹਦੇ 'ਚ ਸਾਡੀਆਂ ਲਹਿਰਾਂ ਪਈਆਂ ਨੇ, ਜਿਹਦੇ 'ਚ ਸਾਡਾ ਸੱਭਿਆਚਾਰ ਪਿਆ, ਜਿਹਦੇ 'ਚ ਸਾਡੀਆਂ ਲੋਕ ਬੋਲੀਆਂ ਅਤੇ ਲੋਕ ਸਿਆਣਪ ਪਈ ਹੈ, ਜਿਹੜੀ ਹਜ਼ਾਰਾਂ ਸਾਲਾਂ 'ਚ ਸਾਡੇ ਇਸ ਖਿੱਤੇ ਨੇ ਬਣਾਈ, ਕਮਾਈ ਅਤੇ ਖੱਟੀ ਸੀ। ਉਹ ਜਿਸ ਭਾਸ਼ਾ 'ਚ ਪਈ ਹੈ, ਉਹ ਜਿਹੜੇ ਲੋਕਾਂ ਨੇ, ਜਿਹੜੇ ਬੰਦਿਆਂ ਨੇ, ਜਿਹੜੇ ਅਧਿਆਪਕਾਂ ਨੇ, ਜਿਹੜੇ ਵਿਦਵਾਨਾਂ ਨੇ ਉਹਦੇ ਨਾਲ ਵਾਸਤਾ ਰੱਖਿਆ, ਤਾਂ ਉਸ ਗੱਲ ਨੇ ਉਹਨਾਂ ਦੇ ਅੰਦਰ ਉਹ ਚਿਣਗ ਪੈਦਾ ਕੀਤੀ, ਉਹ ਸਮਝ ਪੈਦਾ ਕੀਤੀ ਕਿ ਕਿਹੜੀਆਂ ਚੀਜ਼ਾਂ ਜ਼ਰੂਰੀ ਨੇ, ਕਿਹਨਾਂ ਲਈ ਲੜਿਆ ਜਾ ਸਕਦਾ ਹੈ, ਕਿ ਇਸ ਖਿੱਤੇ ਦੀ ਸਿਆਣਪ ਉਹਨਾਂ ਬੰਦਿਆਂ ਦੇ ਅੰਦਰ ਆਈ ਹੈ ਅਤੇ ਸਿਆਣਪ ਤੋਂ ਹੀ ਉਹਨਾਂ ਅਦਾਰਿਆਂ ਨੂੰ ਡਰ ਲੱਗਦਾ ਹੈ ਜਿਨ੍ਹਾਂ ਨੇ, ਜਾਂ ਜੇ ਮੈਂ ਕਹਾਂ ਜਿਨ੍ਹਾਂ ਦੀ ਸਪੇਸ ਅਸਲ 'ਚ ਤੁਸੀਂ ਰੋਕੀ ਬੈਠੇ ਹੋ। ਜੇ ਕੋਈ ਕਹਿੰਦਾ ਕਿ ਪੰਜਾਬੀ ਖਤਮ ਕਰਨੀ ਹੈ, ਜੇ ਕੋਈ ਕਹਿੰਦਾ ਕਿ ਪੰਜਾਬੀ ਯੂਨੀਵਰਸਿਟੀ ਆਪਾਂ ਨੇ ਮੁੱਲ ਲੈਣੀ ਹੈ, ਖਰੀਦਣੀ ਹੈ, ਵੇਚਣੀ ਹੈ, ਖਤਮ ਕਰਨੀ ਹੈ, ਤਾਂ ਉਹ ਅਸਲ 'ਚ ਇਹਦਾ ਮਤਲਬ ਇਹ ਹੈ ਕਿ ਭਾਈ ਤੁਸੀਂ ਕਿਸੇ ਦੀ ਕੋਈ ਸਪੇਸ ਰੋਕੀ ਬੈਠੇ ਹੋ। ਕਿਸੇ ਦੀ ਉਹ ਕਿਸੇ ਨੂੰ ਉਹ ਸਪੇਸ ਚਾਹੀਦੀ ਹੈ ਜਿਹੜੀ ਤੁਸੀਂ ਮਲੱਕੀ ਹੋਈ ਹੈ, ਜਿਹੜੀ ਤੁਹਾਡੀ ਭਾਸ਼ਾ ਰਾਹੀਂ, ਜਿਹੜੀ ਤੁਹਾਡੀ ਇਸ ਯੂਨੀਵਰਸਿਟੀ ਰਾਹੀਂ ਤੁਹਾਡੇ ਕੋਲ ਉਹ ਤਾਕਤ ਆਈ ਸੀ, ਉਹ ਸਮਝ ਆਈ ਸੀ। ਅਸਲ 'ਚ ਤਾਂ ਹਮਲਾ ਤੁਹਾਡੀ ਉਸ ਸਮਝ 'ਤੇ ਕਬਜ਼ਾ ਕਰਨ ਦਾ ਹੈ। ਪਹਿਲੀ ਗੱਲ ਤਾਂ ਮੇਰੇ ਇਹ ਗੱਲ ਮਨ 'ਚ ਆਉਂਦੀ ਸੀ। ਦੂਜੀ ਗੱਲ, ਜਸਵਿੰਦਰ ਉਹਨਾਂ ਦਾ ਇੱਕ ਸ਼ੇਅਰ ਹੈ, ਉਹ ਕਹਿੰਦੇ ਕਿ ਬਈ ਜਦੋਂ ਤੱਕ ਹੋਸ਼ ਆਉਂਦੀ ਕੁਝ ਨਹੀਂ ਬਚਦਾ ਸੰਭਾਲਣ ਨੂੰ, ਪਤਾ ਮੁੱਠੀ 'ਚੋਂ ਕਿਰਦੀ ਰੇਤ ਦਾ ਛੇਤੀ ਨਹੀਂ ਲੱਗਦਾ। ਤਾਂ ਇਹ ਸਾਡੀ ਮੁੱਠੀ 'ਚੋਂ ਜਿਹੜੀਆਂ ਚੀਜ਼ਾਂ ਕਿਰੀਆਂ, ਜਿਹੜੇ ਆਧਾਰ, ਜਿਹੜੀ ਜ਼ਮੀਨ ਸਾਡੇ ਪੈਰਾਂ ਹੇਠੋਂ ਖਿੱਚੀ ਜਾ ਰਹੀ ਸੀ ਹੌਲੀ 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 ਹੌਲੀ, ਅਤੇ ਅਸੀਂ ਉਹਦੇ ਨਹੀਂ ਲੜੇ, ਅਸੀਂ ਨਹੀਂ ਸੁਚੇਤ ਹੋਏ, ਤਾਂ ਫਿਰ ਹੁਣ ਦੋਏ ਕਿਸਮ ਦੀ ਜ਼ਮੀਨ ਹੈ ਨਾ ਜਿਹੜੀ ਬਚੀ ਹੋਈ ਹੈ। ਇੱਕ ਉਹ ਜ਼ਮੀਨ ਹੈ ਜਿਹਨੂੰ ਅਸੀਂ ਮਾਂ ਧਰਤੀ ਕਹਿੰਦੇ ਹਾਂ, ਜਿਹਨੇ ਸਾਡਾ ਅਨਾਜ ਪੈਦਾ ਕਰਨਾ ਹੈ, ਸਾਡੀ ਦੇਹ ਨੂੰ ਜਿਉਂਦੀ ਰੱਖਣਾ ਹੈ, ਸਾਨੂੰ ਪਾਲਣਾ ਹੈ, ਅਤੇ ਹੁਣ ਲੜਾਈ ਉਸ ਜ਼ਮੀਨ ਤੱਕ ਆ ਗਈ ਜਿਹਦੇ ਲਈ ਸਾਡਾ ਮੋਰਚਾ ਦਿੱਲੀ ਲੱਗਿਆ ਹੋਇਆ ਹੈ। ਅਤੇ ਦੂਜੀ ਜ਼ਮੀਨ ਹੈਗੀ ਸਾਡੀ ਸਿਆਣਪ ਦੀ ਜ਼ਮੀਨ, ਸਾਡੀ ਜ਼ਿਹਨ ਦੀ ਜ਼ਮੀਨ, ਅਤੇ ਉਹ ਮਾਤ ਭਾਸ਼ਾ 'ਚੋਂ ਆਉਣੀ ਹੁੰਦੀ ਹੈ, ਅਤੇ ਜਿਹਦੇ ਲਈ ਪੰਜਾਬੀ 'ਚ ਝੰਡਾ ਬਰਦਾਰ ਤੁਹਾਨੂੰ ਮਾਣ ਹੈ, ਇਸ ਗੱਲ ਦਾ ਵਜ਼ਾ ਮਾਣ ਹੈ ਕਿ ਤੁਹਾਡੀ ਪੰਜਾਬੀ ਯੂਨੀਵਰਸਿਟੀ ਹੈ, ਉਸ ਗੱਲ ਦਾ ਝੰਡਾ
ਬਰਦਾਰ ਕਿ ਜਿਹੜੀ ਉਹ ਜ਼ਿਹਨੀ ਜ਼ਮੀਨ ਪੰਜਾਬ ਦੀ ਬਣਾਉਣੀ ਹੈ ਉਹਦਾ ਠੇਕਾ ਇਸ ਯੂਨੀਵਰਸਿਟੀ ਨੇ ਲਿਆ ਹੋਇਆ ਹੈ। ਤੇ ਦੂਜੀ ਜ਼ਮੀਨ ਤੇ ਇਹ ਸੁਭਾਵਿਕ ਨਹੀਂ ਹੈ। ਮੈਨੂੰ ਜੋਗਾ ਸਿੰਘ ਉਹਨਾਂ ਦੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਇਹ ਸਿਰਫ 300 ਕਰੋੜ ਦਾ ਮਸਲਾ ਨਹੀਂ ਹੈਗਾ ਕਿ ਭਾਈ ਉਹ ਦੇ ਸਕਦੇ ਨੇ ਕਿ ਨਹੀਂ ਦੇ ਸਕਦੇ। ਮਸਲਾ ਸਿਰਫ 300 ਕਰੋੜ ਨਾ ਦੇਣ ਦਾ ਨਹੀਂ ਹੈ। ਮਸਲਾ ਤਾਂ ਉਸ ਜ਼ਮੀਨ ਤੇ ਹਮਲਾ ਕਰਨ ਦਾ, ਉਸ ਸਮਝ ਤੇ ਹਮਲਾ ਕਰਨ ਦਾ ਜਿਹੜੀ ਭਾਈ ਤੁਸੀਂ ਇਸ ਮਾਤ ਬੋਲੀ ਦੇ ਮਾਧਿਅਮ ਰਾਹੀਂ ਪਸਾਰ ਕਰ ਰਹੇ ਹੋ। ਤੀਜੀ ਗੱਲ ਮੈਂ ਇਹ ਕਰਨੀ ਹੈ ਕਿ ਬਈ ਉਹ ਗੱਲ ਥੋੜ੍ਹੀ ਜਿਹੀ ਪਹਿਲਾਂ ਛਿੜੀ ਸੀ ਬਾਹਰ ਕਿ ਜਦੋਂ ਕੋਈ ਮਸਲਾ ਉੱਠਦਾ ਅਦਾਰਿਆਂ 'ਚ, ਯੂਨੀਵਰਸਿਟੀਆਂ 'ਚ, ਕਾਲਜਾਂ 'ਚ, ਤਾਂ ਹੇਠਾਂ ਜਿਹੜੀ ਗੱਲ ਜਾਂਦੀ ਹੈ ਉਹ ਇਹ ਜਾਂਦੀ ਹੈ ਕਿ ਬਈ ਉਹ ਇਹਨਾਂ ਦਾ ਕੋਈ ਤਨਖੂਹਾਂ ਦਾ ਰੌਲਾ ਹੋਣਾ ਹੈ, ਉਹ ਵਧਾਉਣ ਘਟਾਉਣ ਖਾਤਰ ਇਹ ਰੌਲਾ ਪਾਉਂਦੇ ਨੇ। ਤਾਂ ਜਿਹੜੀ ਮੈਨੂੰ ਇਹ ਲੱਗਦਾ ਕਿ ਇਸ ਘੜੀ ਦੀ ਲੋੜ ਹੈ ਕਿ ਇਹ ਵੱਡਾ ਮਸਲਾ ਲੋਕਾਂ ਤੱਕ ਕਿਵੇਂ ਲਿਜਾਇਆ ਜਾਵੇ ਕਿ ਉਹਨਾਂ ਨੂੰ ਪਤਾ ਲੱਗੇ ਕਿ ਭਾਈ ਇਹ ਵੀ ਜੇ ਉਹ ਫਸਲਾਂ ਦਾ ਮਸਲਾ ਜਿਹਦੇ ਨਾਲ ਨਸਲਾਂ ਜੋੜੀਆਂ ਹੋਈਆਂ ਨੇ ਤਾਂ ਅਸਲ 'ਚ ਜਿਹੜਾ ਇਹ ਮਸਲਾ ਇਹ ਇਕੱਲੀਆਂ ਤਨਖਾਹਾਂ ਦਾ ਜਾਂ ਫੰਡਾਂ ਦਾ ਜਾਂ ਕਾਰਾਂ ਕੋਠੀਆਂ ਦਾ ਨਹੀਂ ਹੈਗਾ। ਇਹ ਅਸਲ 'ਚ ਸੱਚਮੁੱਚ ਦਾ ਉਹਨਾਂ ਨਸਲਾਂ ਦਾ ਮਸਲਾ ਹੈ ਜਿਹੜੀਆਂ ਆਉਣੇ ਵਾਲੀਆਂ ਨੇ, ਜਿਨ੍ਹਾਂ ਨੂੰ ਵਾਂਝਿਆਂ ਕੀਤਾ ਜਾ ਰਿਹਾ ਉਸ ਸਿਆਣਪ ਤੋਂ। ਅਤੇ ਆਖਰੀ ਗੱਲ ਮੈਂ ਤੁਹਾਡੇ ਨਾਲ ਇਹ ਕਰਦਾ, ਮੇਰੇ ਯਾਦ ਆਉਂਦੀ ਹੈ ਇੱਕ ਗੱਲ ਕਿ ਗ੍ਰੀਕ ਕਥਾ ਇੱਕ ਮਿੱਥ ਹੈ ਛੋਟੀ ਜਿਹੀ। ਉਹ ਕਹਿੰਦੇ ਵੀ ਕਿਸੇ ਰਾਜੇ ਨੇ ਨਾ ਇਸ ਤਰ੍ਹਾਂ ਦੇ ਕਾਨੂੰਨ ਬਣਾਉਣੇ ਸ਼ੁਰੂ ਕਰਤੇ, ਇਸ ਤਰ੍ਹਾਂ ਦੇ ਹੁਕਮ ਦੇਣੇ ਸ਼ੁਰੂ ਕਰਤੇ ਜਿਨ੍ਹਾਂ ਨੇ ਲੋਕਾਂ ਨੂੰ ਤੰਗ ਕਰਨਾ ਸੀ। ਅਤੇ ਉਹ ਜਿਹੜਾ ਇਕੱਲਾ ਦੁਕੱਲਾ ਬੋਲਦਾ ਉਹਨੂੰ ਰਾਜਾ ਫੜ ਕੇ ਮਾਰ ਦਿੰਦਾ, ਜਿੱਥੋਂ ਆਵਾਜ਼ ਆਈ ਉੱਥੋਂ ਬੰਦਾ ਫੜਿਆ ਮਾਰਤਾ। ਅਤੇ ਉਹਨੇ ਨਾ ਇੱਕ ਦਿਨ ਇੱਕ ਕਿਸੇ ਮਿਸਤਰੀ ਦਾ, ਤਰਖਾਣ ਦਾ ਮੁੰਡਾ ਕਿਸੇ ਕਾਨੂੰਨ ਦੇ ਕਿਸੇ ਹੁਕਮ ਦੇ ਖਿਲਾਫ ਬੋਲਿਆ ਅਤੇ ਉਹਨੇ ਉਹ ਫੜ ਕੇ ਮੁੰਡਾ ਮਾਰਤਾ। ਅਤੇ ਉਦੋਂ ਬਾਅਦ ਲੋਕਾਂ ਨੇ ਦੇਖਿਆ ਕਿ ਉਹ ਜਿਹੜਾ ਮਿਸਤਰੀ ਸੀ ਉਹਨੇ ਆਪਣਾ ਬਹੋਲਾ ਚੱਕਿਆ ਅਤੇ ਮਹਿਲ ਵੱਲ ਚਲਿਆ ਗਿਆ, ਉੱਧਰ ਨੂੰ ਤੁਰ ਪਿਆ। ਅਤੇ ਲੋਕਾਂ ਨੇ ਪੁੱਛਿਆ ਵੀ ਬਈ ਤੂੰ ਆ ਕੀ ਕਰਨ ਚੱਲਿਆ ਬਹੋਲਾ ਲੈ ਕੇ ਇੱਧਰ ਨੂੰ? ਉਹ ਕਹਿੰਦਾ ਵੀ ਰਾਜੇ ਨੇ ਨਾ ਮੇਰਾ ਮੁੰਡਾ ਮਾਰਤਾ, ਮੈਂ ਆ ਬਹੋਲੇ ਦਾ ਟੱਕ ਉਹਦੇ ਮਹਿਲ 'ਤੇ ਲਾਉਣਾ। ਅਤੇ ਫਿਰ 1 ਜੁੜਿਆ, 2 ਜੁੜਿਆ, 3 ਜੁੜੇ, 4 ਜੁੜੇ। ਤਾਂ ਬੇਨਤੀ ਮੈਂ ਤੁਹਾਡੇ ਸਮੇਤ ਆਪਣੇ ਆਪ ਨੂੰ ਸਾਰਿਆਂ ਨੂੰ ਇਹ ਕਰਨੀ ਹੈ, ਇਹ ਸੁਝਾਉਣਾ ਹੈ, ਇਹ ਚੇਤਾਉਣਾ ਹੈ, ਇਹ ਵਾਰਨ ਕਰਨਾ ਹੈ ਕਿ ਭਾਈ ਉਹ ਬਹੋਲੇ ਵਾਲੇ ਟੱਕ ਲਾਉਣੇ ਵਾਲੇ ਚਲੇ ਗਏ ਹੋਏ ਨੇ ਅਤੇ ਆਪਾਂ ਨੂੰ ਚਾਹੀਦਾ ਕਿ ਆਪਾਂ ਆਪਣਾ ਇੱਕ ਕਾਫਲਾ ਬਣਾਈਏ, ਪਿੰਡਾਂ 'ਚ ਨਿਕਲੀਏ, ਛੋਟੀਆਂ ਛੋਟੀਆਂ ਸਭਾਵਾਂ ਪਿੰਡਾਂ 'ਚ ਜਾ ਕੇ ਕਰੀਏ। ਮਾਫ਼ ਕਰਨਾ ਜੇ ਮੇਰੀ ਗੱਲ ਬੁਰੀ ਲੱਗੇ, ਤਾਂ ਇੱਕ ਇਹ ਹੈ ਕਿ ਸਾਡੇ ਕੋਲ ਬੁੱਧੀਜੀਵੀ ਸੀਗੇ। ਜੋ ਹੋਇਆ ਹੁਣ ਤੱਕ ਇਹ ਨਹੀਂ ਕਿ ਸਾਡੇ ਬੁੱਧੀਜੀਵੀਆਂ ਨੇ ਸਾਨੂੰ ਨਹੀਂ ਦੱਸਿਆ। ਬੜੇ ਬੜੇ ਲੇਖ ਅਖਬਾਰਾਂ 'ਚ 1992 ਤੋਂ ਬਾਅਦ ਸੁੱਚਾ ਸਿੰਘ ਗਿੱਲ ਹੋਣਾ ਦੇ ਕਿੰਨੇ ਵਿਦਵਾਨਾਂ ਦੇ ਲੇਖ ਸਾਨੂੰ ਦੱਸਦੇ ਰਹੇ, ਕਦੇ ਗੈਟ ਬਾਰੇ, ਕਦੇ WTO ਬਾਰੇ। ਪਰ ਸਾਡੇ ਕੋਲ ਐਕਟਿਵਿਸਟ ਬੁੱਧੀਜੀਵੀ ਦੀ ਘਾਟ ਰਹੀ। ਮੈਨੂੰ ਇਹ ਲੱਗਦਾ ਕਿ ਸਾਡੇ ਬੁੱਧੀਜੀਵੀਆਂ ਨੂੰ, ਸਾਡੇ ਲੇਖਕਾਂ ਨੂੰ ਹੁਣ ਉਸ ਐਕਟਿਵਿਜ਼ਮ 'ਚ ਪੈਣਾ ਚਾਹੀਦਾ। ਹੁਣ ਸਾਨੂੰ ਅਸਲ 'ਚ ਗੱਲ ਉਹਨਾਂ ਲੋਕਾਂ ਤੱਕ ਲੈ ਕੇ ਜਾਣ ਦਾ ਉਪਰਾਲਾ ਕਰਨਾ ਚਾਹੀਦਾ ਜਿਨ੍ਹਾਂ ਦੀਆਂ ਆਉਣ ਵਾਲੀਆਂ ਨਸਲਾਂ ਨਾਲ, ਜਿਨ੍ਹਾਂ ਦੀਆਂ ਜ਼ਿੰਦਗੀਆਂ ਨਾਲ ਇਹ ਮਸਲਾ ਸੰਬੰਧਿਤ ਹੈ। ਮੈਂ ਸਮਝਦਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਵਾਲਾ ਜਿੱਥੇ ਪੰਜਾਬ ਬੈਠਾ ਅਸੀਂ ਉੱਥੇ ਜਾਈਏ, ਛੋਟੇ ਛੋਟੇ ਇਕੱਠ ਕਰੀਏ, ਉਹਨਾਂ ਨੂੰ ਦੱਸੀਏ। ਛੋਟੀਆਂ ਛੋਟੀਆਂ ਗੱਲਾਂ ਨਾਲ ਜਾਗਰਤੀ ਆ ਜਾਂਦੀ ਹੈ। ਮੋਟਰਸਾਈਕਲ 10 ਨੌਜਵਾਨ ਲੈ ਜਾਣ, ਅੰਮ੍ਰਿਤਸਰ ਤੱਕ ਇੱਕ ਮਾਰਚ ਕਰਦੇ ਰਹੇ ਨੇ,
ਸਰਦਾਰ ਹਮੀਰ ਸਿੰਘ ਹੋਣੀ, ਉਹਦਾ ਕਿੱਡਾ ਪ੍ਰਭਾਵ ਹੁੰਦਾ ਸੀ। ਤੁਹਾਨੂੰ ਇੱਕ ਇੱਕ ਬੰਦੇ ਨੂੰ 50-50 ਬੰਦੇ ਹਰ ਰੋਜ਼ ਪੁੱਛਦੇ ਨੇ ਵੀ ਇਹ ਮਸਲਾ ਕੀ ਆ, ਅੱਜ ਤੇਰੇ ਕੋਲ ਜਿਹੜੇ ਰੋਟੀ ਖਾ ਕੇ ਗਏ ਨੇ, ਮੈਂ ਇਹਨਾਂ ਦਾ ਉੱਥੇ ਲੰਗਰ ਦਾ ਪ੍ਰਬੰਧ ਕਰਦਾ ਰਿਹਾ ਖੰਨੇ। ਇਹ ਸਾਨੂੰ ਲੱਗਣਾ ਪਊਗਾ ਸਾਰਿਆਂ ਦੇ ਨਾਲ। ਉਹਨਾਂ ਨੇ ਨਾ ਇੱਕ ਕਰਕੇ, ਮੈਂ ਕਹਿੰਦਾ ਕਿ ਇਹ ਟਰੈਂਚ ਵਾਰ ਹੈ, ਇੱਕ ਕਰਕੇ ਮਾਰੇ ਨੇ। ਇੱਕ ਸਿੰਪਲ ਜੀ ਉਦਾਹਰਣ ਦੇ ਕੇ ਮੈਂ ਆਪਣੀ ਗੱਲ ਖਤਮ ਕਰਦਾ ਕਿ ਜਦੋਂ ਨਾ ਬਿਜਲੀ ਬੋਰਡ ਦੇ ਖਤਮ ਕਰਨਾ ਸ਼ੁਰੂ ਹੋਇਆ ਤਾਂ ਬਿਜਲੀ ਕਾਮਿਆਂ ਨੇ ਯੂਨੀਅਨਾਂ ਬਣਾਈਆਂ, ਲੜਾਈ ਲੜੀ। ਬਾਈਆ ਸਾਹਿਬ ਦੀ ਰਹਿਨੁਮਾਈ ਹੇਠ 12, 13, 15 ਸਾਲ ਮੈਂ ਵੀ ਉਹਨਾਂ ਦੀਆਂ ਲਗਭਗ ਸਾਰੇ ਇਕੱਠਾਂ 'ਚ ਜਿੱਥੇ ਜਿੱਥੇ ਵੀ ਕੀਤਾ ਗਿਆ। ਪਰ ਪਹਿਲਾਂ ਕੀ ਕਰ ਦਿੱਤਾ ਗਿਆ ਕਿ ਸਾਡੇ ਵਿਦਵਾਨਾਂ 'ਚੋਂ, ਸਾਡੇ ਕਰਮਚਾਰੀਆਂ 'ਚੋਂ, ਇੱਥੋਂ ਤੱਕ ਕਿ ਸਾਡੇ ਨੇਤਾਵਾਂ 'ਚੋਂ ਸਾਡਾ ਵਿਸ਼ਵਾਸ ਖਤਮ ਕਰ ਦਿੱਤਾ ਗਿਆ। ਅਤੇ ਜਦੋਂ ਤੁਸੀਂ ਮਾਤ ਬੋਲੀ ਭੁੱਲਦੇ ਹੋ, ਜਦੋਂ ਤੁਸੀਂ ਮਾਤ ਬੋਲੀ 'ਚ ਗੱਲਾਂ ਨਹੀਂ ਹੁੰਦੀਆਂ, ਮਾਤ ਬੋਲੀ ਤੋਂ ਖਾਲੀ ਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਸਾਡਾ ਆਪਣੇ ਆਪ 'ਚ ਵਿਸ਼ਵਾਸ ਉੱਠਦਾ। ਅਸੀਂ ਉਹਨਾਂ ਦੀਆਂ, ਮੈਂ ਗਵਾਹ ਹਾਂ ਇਸ ਗੱਲ ਦਾ, ਉਹਨਾਂ ਦੇ ਨਾਲ ਰਲ ਕੇ ਇੱਕ ਦੋ ਥਾਂ ਮਤਲਬ ਮੈਂ ਗਾਲਾਂ ਖਾਧੀਆਂ, ਭਜਾਇਆ ਸਾਨੂੰ ਉੱਥੋਂ ਭੜੀ ਤੋਂ ਇੱਕ ਵਾਰੀ ਲੋਕਾਂ ਨੇ, ਕਿ ਲੋਕ ਉਸ ਮੁਹਿੰਮ ਦੇ ਵਿਰੁੱਧ ਖੜ੍ਹੇ ਹੋਏ, ਉਹਨਾਂ ਨੂੰ ਮਾੜਾ ਕਿਹਾ। ਫਿਰ ਟੀਚਰ ਲਏ, ਟੀਚਰਾਂ ਨਾਲ ਕੋਈ ਅਦਾਰਾ ਨਹੀਂ ਆਇਆ। ਤਾਂ ਮੈਨੂੰ ਇਹ ਸਮਝਦਾ ਕਿ ਬਈ ਇਸ ਟਰੈਂਚ ਵਾਰ ਨੂੰ ਉਹ ਇੱਕ ਕਰਕੇ ਜਿੱਤਦੇ ਜਾ ਰਹੇ ਨੇ। ਅਤੇ ਆਪਾਂ ਨੂੰ ਇਕੱਠੇ ਹੋ ਕੇ ਅਤੇ ਉਹਨਾਂ ਲੋਕਾਂ ਤੱਕ ਆਪਣੀ ਪਹੁੰਚ ਕਰਕੇ ਕਿ ਭਾਈ ਜਿਨ੍ਹਾਂ ਨੂੰ ਤੁਹਾਡੇ ਦੁਸ਼ਮਣ, ਤੁਹਾਡੇ ਵਿਰੋਧੀ ਬਣਾ ਦਿੱਤਾ ਗਿਆ, ਉਹ ਅਸਲ 'ਚ ਇਵੇਂ ਦੀ ਗੱਲ ਹੈ ਨਹੀਂ। ਉਹ 10 ਰੁਪਏ ਜੇ ਕਲਰਕ ਨੇ ਲੈ ਲਏ ਤਾਂ ਉਹ ਚੁੱਭਦੇ ਨੇ। ਅਤੇ ਜਿਹੜਾ ਤੁਹਾਡਾ, ਮੈਂ ਇਹ ਕਹਿੰਦਾ ਨਹੀਂ ਕਿ ਉਹ ਚੰਗੀ ਗੱਲ ਹੈ ਕਿਤੇ, ਕਿਉਂਕਿ ਮੈਂ ਰਿਸ਼ਵਤ ਦਾ ਪੱਖ ਪੂਰਦਾ, ਪਰ ਸਾਨੂੰ ਉਹ 9000 ਕਰੋੜ ਦੇ ਭੱਜੇ ਵਾਲੇ ਦੀ ਗੱਲ ਦੱਸਦੇ ਹੀ ਨਹੀਂ, ਕਿਉਂਕਿ ਉਹਦੇ ਨਾਲ ਸਾਡਾ ਸਿੱਧਾ ਵਾਹ ਹੈ। ਅਸੀਂ ਉਹਦੇ ਹੱਕ ਦੀ ਗੱਲ ਸੁਣਨ ਦੀ ਜਗ੍ਹਾ ਉਹਦੇ ਨਾਲ ਲੜਦੇ ਰਹੇ। ਸੋ ਮੈਨੂੰ ਇਹ ਲੱਗਦਾ ਕਿ ਚਾਹੀਦਾ ਇਹ ਹੈ ਕਿ ਆਪਾਂ ਉਹਨਾਂ ਲੋਕਾਂ ਤੱਕ ਆਪਣੀ ਗੱਲ, ਉਹਦੇ ਲਈ ਕੋਈ ਵੀ ਆਪਾਂ ਪ੍ਰਬੰਧ ਕਰੀਏ। ਅਤੇ ਇਹ ਲੰਮੀ ਲੜਾਈ ਆ, ਇੱਕ ਦਿਨ 'ਚ ਨਾ ਆਪਾਂ ਨੇ ਸਾਰੇ ਪੰਜਾਬ 'ਚ ਜਾਣਾ, ਨਾ ਇੱਕ ਦਿਨ 'ਚ ਉਹ ਗੱਲ ਸਮਝ ਆਉਣੀ ਆ ਲੋਕਾਂ ਦੇ, ਨਾ ਇੱਕ ਦਿਨ 'ਚ ਉਹਨਾਂ ਨੇ ਇਕੱਠੇ ਹੋਣ ਲੱਗਣਾ ਹੈ। ਸੋ ਹੌਲੀ ਹੌਲੀ ਆਪਾਂ ਨੂੰ ਇਸ ਤਰ੍ਹਾਂ ਦਾ ਵੀ ਕੋਈ ਇੰਤਜ਼ਾਮ ਕਰਨਾ ਚਾਹੀਦਾ। ਜਿਵੇਂ ਮੈਂ ਪਹਿਲੀ ਆਫਰ ਦਿੰਦਾ ਕਿ ਮੇਰੇ ਪਿੰਡ 'ਚ ਆਓ, ਮੈਂ ਆਪਣੇ ਉਸ ਪਿੰਡ ਦਾ ਇਕੱਠ ਕਰੂੰ, ਤੁਸੀਂ ਮੇਰੇ ਪਿੰਡ ਦੇ ਲੋਕਾਂ ਨੂੰ ਆ ਕੇ ਸਮਝਾਓ ਕਿ ਪੰਜਾਬੀ ਯੂਨੀਵਰਸਿਟੀ ਦੇ ਖਤਮ ਹੋਣ ਨਾਲ ਉਹਨਾਂ ਦਾ ਕੀ ਵਿਗੜਦਾ। ਮਿਹਰਬਾਨੀ।